ਡੀਅਰ ਸਟੂਡੈਂਟ, ਇਸ ਤੋਂ ਪਹਿਲੇ ਵਾਲਾ ਜਿਹੜਾ ਆਪਣਾ ਟਿਊਟੋਰੀਅਲ ਸੀਗਾ ਉਸ ਦੇ ਵਿੱਚ ਆਪਾਂ ਡਿਸਕਸ ਕੀਤਾ ਸੀ ਵਾਟ ਇਜ਼ ਡਿਫਰੈਂਸ਼ੀਏਬਿਲਿਟੀ ਹੁੰਦੀ ਕੀ ਹੈ, ਲੈਫਟ ਹੈਂਡ ਡੈਰੀਵੇਟਿਵ ਕੀ ਹੁੰਦਾ ਹੈ, ਰਾਈਟ ਹੈਂਡ ਡੈਰੀਵੇਟਿਵ ਕੀ ਹੁੰਦਾ ਹੈ। ਠੀਕ ਹੈ, ਇੱਕ ਫੰਕਸ਼ਨ ਜਿਹੜਾ ਹੈਗਾ ਉਹ ਆਪਣੇ ਕੋਲ ਇੱਕ ਇੰਟਰਵਲ ਦੇ ਵਿੱਚ ਕਦੋਂ ਡਿਫਰੈਂਸ਼ੀਏਬਲ ਹੋਏਗਾ, ਤੇ ਇਹਨਾਂ ਦੇ ਨਾਲ ਦੀ ਆਪਾਂ ਇੱਕ ਐਗਜ਼ਾਮਪਲ ਕੀਤੀ ਸੀਗੀ। ਠੀਕ, ਹੁਣ ਕੀ ਹੈ ਕਿ ਇਸ ਟਿਊਟੋਰੀਅਲ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਕੁਝ ਕੁਐਸਚਨਸ ਜਿਹੜੇ ਕਿ ਇਸ ਤੋਂ ਪਹਿਲੇ ਵਾਲੇ ਟਿਊਟੋਰੀਅਲ ਦੇ ਬੇਸ ਦੇ ਉੱਪਰ ਹੀ ਹੋਣਗੇ। ਤਾਂ ਆਪਾਂ ਸਟਾਰਟ ਕਰਨੇ ਆ ਐਂਡ ਆਲ ਥੀਸ ਕੁਐਸਚਨਸ ਆਰ ਵੈਰੀ ਇੰਪੋਰਟੈਂਟ। ਤਾਂ ਇਹਨਾਂ ਨੂੰ ਸਮਝਣ ਵਾਸਤੇ ਬਿਲਕੁਲ ਐਂਡ ਤੱਕ ਦੇਖਿਓ, ਕਿਉਂਕਿ ਸਾਰੇ ਕੁਐਸਚਨਸ ਜਿਹੜੇ ਮੈਂ ਇਸ ਦੇ ਵਿੱਚ ਇੰਟਰੋਡਿਊਸ ਕਰ ਰਿਹਾ ਉਹ ਸਾਰੇ ਡਿਫਰੈਂਟ ਪ੍ਰਕਾਰ ਦੇ ਹੈਗੇ ਨੇ। ਐਂਡ also important, this will help you to solve different type of questions from your book. Okay, ਤਾਂ ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਮੇਰਾ ਡੈਸਕਟਾਪ ਜਿਹੜਾ ਹੈ ਉਹ ਸ਼ੇਅਰ ਕਰਨਾ and now you can see first question ਕੀ ਹੈ ਆਪਣੇ ਕੋਲ, fx is equal to x square sin 1 upon x not equal to 0 and 0 when x is equal to 0। ਇਹ ਆਪਾਂ ਨੂੰ ਇੱਕ ਫੰਕਸ਼ਨ ਦਿੱਤਾ ਹੋਇਆ ਹੈ। ਇਸ ਨੂੰ ਇਹਦੇ ਵਿੱਚ ਆਪਾਂ ਚੈੱਕ ਕਰਨਾ ਹੈ ਕਿ ਆਪਣੇ ਕੋਲ ਇਹ ਫੰਕਸ਼ਨ x equal to 0 ਦੇ ਉੱਪਰ ਡਿਫਰੈਂਸ਼ੀਏਬਲ ਹੈ ਜਾਂ ਨਹੀਂ। ਐਗਜ਼ਾਮਾਈਨ fx is differentiable or not 8x equal to 0। ਤਾਂ ਵੈਰੀ ਸਿੰਪਲ, ਤੇ ਇਸ ਦੀ ਜੋ ਡੈਫੀਨੇਸ਼ਨ ਹੈਗੀ ਹੈ ਉਹੀ ਆਪਾਂ ਯੂਜ਼ ਕਰਾਂਗੇ, ਜਿਵੇਂ ਕਿ ਆਪਾਂ ਇਸ ਤੋਂ ਪਹਿਲੇ ਵਾਲੇ ਟਿਊਟੋਰੀਅਲ ਦੇ ਵਿੱਚ ਆਪਾਂ ਸਾਰਾ ਕੁਝ ਡਿਸਕਸ ਕਰ ਚੁੱਕੇ ਹਾਂ। ਤਾਂ f0 ਪੁਆਇੰਟ ਦੇ ਉੱਪਰ ਆਪਾਂ ਚੈੱਕ ਕਰਨਾ, ਦਿਸ ਇਜ਼ ਦਾ ਪੁਆਇੰਟ। ਤਾਂ f'0 ਜਿਹੜਾ ਹੈਗਾ ਸੋਲੂਸ਼ਨ ਇਸ ਦਾ f'0 ਇਜ਼ ਇਕੁਅਲ ਟੂ ਕੀ ਹੋਏਗਾ, ਲਿਮਿਟ h approaches to 0 fh ਮਾਈਨਸ f0 upon h। ਇਹ ਤਾਂ ਆਪਣੇ ਕੋਲ ਜਦੋਂ c ਦੀ ਵੈਲਿਊ 0 ਬਣਦੀ ਹੈ ਉਸ ਕੇਸ ਦੇ ਵਿੱਚ ਬਾਈ ਡੈਫੀਨੇਸ਼ਨ ਆਪਣੇ ਕੋਲ ਇਹ ਆ ਜਾਏਗਾ। ਠੀਕ, ਤੇ c ਦੀ ਵੈਲਿਊ 0 ਪੁੱਟ ਕਰੋਗੇ ਉਹਦੇ ਵਿੱਚ ਤਾਂ ਆਪਣੇ ਕੋਲ ਇੰਨਾ ਬਣ ਜਾਏਗਾ। ਹੁਣ ਇਸ ਦੇ ਵਿੱਚ ਕੀ ਕਰਾਂਗੇ ਆਪਾਂ, what we do now we have to put the value of fh। ਇੱਥੇ h ਜਿਹੜਾ ਹੈ ਨਾ ਉਹ 0 ਦੇ ਇਕੁਅਲ ਨਹੀਂ ਹੈ, ਤੇ ਜਦੋਂ 0 ਦੇ ਇਕੁਅਲ ਨਹੀਂ ਹੈ ਤਾਂ ਉਦੋਂ ਆਪਣੇ ਕੋਲ fh ਕਿੰਨਾ ਹੋਏਗਾ, we will choose this one। ਜਦੋਂ x 0 ਨਹੀਂ ਹੈ ਤਾਂ ਡਿਫਰੈਂਸ ਕੀ ਹੈ, ਇੱਥੇ x ਹੈਗਾ ਤੇ ਇਹਦੇ ਵਿੱਚ ਆਪਣੇ ਕੋਲ h ਹੈਗਾ, ਤੇ ਜਦੋਂ x 0 ਨਹੀਂ ਹੈ ਤਾਂ ਉਦੋਂ ਆਪਣੇ ਕੋਲ ਆ ਵੈਲਿਊ ਬਣਦੀ ਹੈ। ਤਾਂ ਜਿੱਥੇ x ਹੈਗਾ ਉੱਥੇ ਆਪਾਂ ਕੀ ਕਰ ਦਾਂਗੇ, h ਪੁੱਟ ਕਰ ਦਾਂਗੇ। ਇਹ ਆਪਣੇ ਕੋਲ ਬਣ ਜਾਏਗਾ ਲਿਮਿਟ h ਅਪਰੋਚਸ ਟੂ 0। ਧਿਆਨ ਦੇ ਨਾਲ ਨੋਟ ਕਰਨਾ ਇਸ ਪੁਆਇੰਟ ਨੂੰ। ਫੰਕਸ਼ਨ ਜਿਹੜਾ ਹੈ ਉੱਥੋਂ ਆਪਾਂ ਯੂਜ਼ ਕਰਾਂਗੇ, ਇੱਥੋਂ ਆਪਾਂ ਵੈਲਿਊ ਪੁੱਟ ਕਰਾਂਗੇ। ਠੀਕ, ਤਾਂ ਇਹ ਹੋ ਜਾਊਗਾ ਆਪਣੇ ਕੋਲ h ਸਕੁਅਰ sin 1 upon h ਮਾਈਨਸ f0। ਜਦੋਂ x ਇਕੁਅਲ ਟੂ 0 ਹੈਗਾ ਤਾਂ ਫੰਕਸ਼ਨ ਦੀ ਵੈਲਿਊ ਕਿੰਨੀ ਹੈ, 0 ਹੈਗੀ ਹੈ, ਤਾਂ ਆਪਾਂ ਨੂੰ 0 ਆ ਜਾਏਗਾ ਅਪੋਨ h। ਇਸ ਨੂੰ ਜੇ ਤੁਸੀਂ ਸਿੰਪਲੀਫਾਈ ਕਰਦੇ ਹੋ, ਲਿਮਿਟ h ਅਪਰੋਚਸ ਟੂ 0, h ਜਿਹੜਾ ਹੈ ਉਹ ਆਪਾਂ ਨੂੰ ਕੈਂਸਲ ਹੋ ਗਿਆ, h ਇੰਟੂ sin 1 upon h ਇਹ ਆਪਾਂ ਨੂੰ ਬਣ ਜਾਏਗਾ। ਹੁਣ ਇੱਥੇ ਇੱਕ ਚੀਜ਼ ਦਾ ਧਿਆਨ ਰੱਖਿਓ ਕਿ sin x ਜਿਹੜਾ ਹੁੰਦਾ ਹੈ ਇਹ ਹਮੇਸ਼ਾ ਆਪਣੇ ਕੋਲ -1 ਅਤੇ 1 ਦੇ ਵਿਚਕਾਰ ਲਾਈ ਕਰਦਾ ਹੈ। ਇਸ ਕਰਕੇ ਇਹ ਆਪਣੇ ਕੋਲ ਬਾਉਂਡਡ ਫੰਕਸ਼ਨ ਹੈਗਾ, ਜਿਸ ਦੀ ਅਪਰ ਲਿਮਿਟ ਅਤੇ ਲੋਅਰ ਲਿਮਿਟ ਦੋਨੋਂ ਐਗਜ਼ਿਸਟ ਕਰਦੀਆਂ ਹੋਣ। ਠੀਕ ਨਾ, ਮੈਕਸਿਮਮ ਵੈਲਿਊ ਕਿੰਨੀ ਹੈ ਤੇ ਮਿਨੀਮਮ ਵੈਲਿਊ ਕਿੰਨੀ ਹੈ। ਤਾਂ sin x ਦੀ ਮੈਕਸਿਮਮ ਵੈਲਿਊ ਹੁੰਦੀ ਹੈ 1, ਮਿਨੀਮਮ ਵੈਲਿਊ ਹੁੰਦੀ ਹੈ -1। ਇਸ ਕਰਕੇ ਇਹ ਬਾਉਂਡਡ ਫੰਕਸ਼ਨ ਹੋ ਗਿਆ। ਤੇ ਮੋਡੂਲਸ ਆਫ sin x ਜਿਹੜਾ ਹੈ ਉਹ ਲੈਸ ਦੈਨ ਐਂਡ ਇਕੁਅਲ ਟੂ 1 ਆਪਾਂ ਨੂੰ ਬਣੇਗਾ।
ਇਹਨੂੰ ਤੁਸੀਂ ਆ ਵੀ ਲਿਖ ਸਕਦੇ ਹੋ -1 ਲੈਸ ਦੈਨ ਐਂਡ ਇਕੁਅਲ ਟੂ ਸਾਈਨ ਐਕਸ ਲੈਸ ਦੈਨ ਐਂਡ ਇਕੁਅਲ ਟੂ 1 ਦੋਨੋਂ ਹੀ ਗੱਲਾਂ ਇਸ ਵਿੱਚ ਆ ਗਿਆ ਆਪਣੇ ਕੋਲ ਠੀਕ। ਤੇ ਜੇ ਆਪਾਂ ਨੂੰ ਸਾਈਨ ਐਕਸ ਬਾਉਂਡਡ ਹੈਗਾ ਤਾਂ ਸਾਈਨ 1/h ਜਿਹੜਾ ਹੈਗਾ ਇਹ ਵੀ ਆਪਣੇ ਕੋਲ ਬਾਉਂਡਡ ਹੀ ਰਹੂਗਾ ਠੀਕ ਹੈ ਨਾ। ਭਾਵੇਂ ਇੱਥੇ ਵੈਲਿਊ ਜਿੰਨੀ ਮਰਜ਼ੀ ਵੱਡੀ ਬਣ ਜਾਵੇ ਜਦੋਂ h ਇਕੁਅਲ ਟੂ 0 ਹੋਏਗਾ ਤੇ 1.0 ਕੀ ਹੁੰਦਾ ਇਨਫਿਨਿਟੀ, ਤਾਂ ਸਾਈਨ ਇਨਫਿਨਿਟੀ ਨਹੀਂ ਬਣੇਗਾ, ਉਹ ਵੀ 1 ਤੇ -1 ਦੇ ਵਿਚਕਾਰ ਹੀ ਰਹੂਗਾ ਓਕੇ। ਤਾਂ ਇੱਥੇ ਕਹਿਣ ਦਾ ਮਤਲਬ ਇਹ ਹੋ ਗਿਆ ਕਿ ਇਸ ਦੇ ਤੁਹਾਡੇ ਕੋਲ ਦੋ ਪਾਰਟ ਬਣ ਗਏ, ਇੱਕ ਤਾਂ ਹੋ ਗਿਆ ਇਹ ਵਾਲਾ ਤੇ ਦੂਸਰਾ ਹੋ ਜਾਏਗਾ ਲਿਮਿਟ h ਅਪਰੋਚਸ ਟੂ 0 ਸਾਈਨ 1/h। ਹੁਣ ਇਹ ਤਾਂ ਆਪਣੇ ਕੋਲ ਬਾਉਂਡਡ ਫੰਕਸ਼ਨ ਹੈਗਾ, ਇਸ ਕਰਕੇ ਇਸ ਦੀ ਲਿਮਿਟ ਤਾਂ ਆਪਣੇ ਕੋਲ -1 ਤੇ 1 ਦੇ ਵਿਚਕਾਰ ਹੀ ਰਹੂਗੀ, ਲੇਕਿਨ ਉਹ ਫਾਈਨਾਈਟ ਨੰਬਰ ਤਾਂ ਆਊਗਾ ਨਾ ਆਪਣੇ ਕੋਲ ਠੀਕ। ਲੇਕਿਨ ਆ ਜਿਹੜਾ ਹੈ ਉਹ ਆਪਣੇ ਕੋਲ 0 ਬਣਦਾ ਹੈ, ਇਸ ਕਰਕੇ ਇਸ ਦੀ ਜੋ ਵੈਲਿਊ ਹੈਗੀ ਹੈ ਉਹ ਆਪਣੇ ਕੋਲ 0 ਬਣੂਗੀ ਠੀਕ ਹੈ ਨਾ। 0 ਕਿਉਂ ਬਣੂਗੀ, ਕਿਉਂਕਿ ਇਸ ਦੀ ਲਿਮਿਟ ਆਪਣੇ ਕੋਲ 0 ਹੋ ਗਈ ਤੇ ਦੂਸਰਾ ਆਪਣੇ ਕੋਲ ਬਾਉਂਡਡ ਫੰਕਸ਼ਨ ਹੈਗਾ, ਦਿਸ ਇਜ਼ ਬਾਉਂਡਡ ਫੰਕਸ਼ਨ ਠੀਕ ਹੈ ਨਾ। ਫਾਰ ਆਲ h ਤੁਸੀਂ ਲਿਖ ਦੇਣਾ ਫਾਰ ਆਲ h belongs to R modulus of sin 1/h is less than and equal to 1 ਠੀਕ। s ਦੀ ਕੋਈ ਵੀ ਵੈਲਿਊ ਆਂਦੀ ਹੋਏ ਆਪਣੇ ਕੋਲ ਤਾਂ ਮੋਡਲਸ ਆਫ sin 1/h ਜਿਹੜਾ ਹੈ ਉਹ ਲੈਸ ਦੈਨ ਐਂਡ ਇਕੁਅਲ ਟੂ ਆਪਣੇ ਕੋਲ 1 ਰਹੇਗਾ, ਬਾਉਂਡਡ ਰਹੇਗਾ। ਸੋ ਦਿਸ ਇੰਪਲਾਈਜ਼ ਕੀ ਆ ਗਿਆ ਆਪਣੇ ਕੋਲ fx is differentiable ਠੀਕ ਹੈ। ਇਹ ਆਪਣੇ ਕੋਲ ਡਿਫਰੈਂਸ਼ੀਏਬਲ ਫੰਕਸ਼ਨ ਜਿਹੜਾ ਹੈ ਆਪਣੇ ਕੋਲ ਬਣ ਗਿਆ ਠੀਕ। ਵੈਰੀ ਸਿੰਪਲ ਕੁਐਸਚਨ ਜਿਹੜਾ ਹੈ ਵੀ ਦੇਖਣ ਨੂੰ ਤਾਂ ਮੁਸ਼ਕਿਲ ਜਿਹਾ ਲੱਗ ਰਿਹਾ ਸੀਗਾ, ਬਟ ਆਲ ਥੀਸ ਆਰ ਕੁਐਸਚਨਸ ਵੈਰੀ ਸਿੰਪਲ। ਲੇਕਿਨ ਇਹ ਸਿੰਪਲ ਤਾਂ ਹੀ ਬਣਦੇ ਨੇ ਜਦੋਂ ਆਪਾਂ ਬੇਸਿਕ ਕਨਸੈਪਟ ਦੇ ਉੱਪਰ ਜ਼ਿਆਦਾ ਸਟ੍ਰੈਸ ਦਿੰਦੇ ਹਾਂ। ਜਿੰਨਾ ਤੁਹਾਡਾ ਬੇਸਿਕ ਫੰਡਾਮੈਂਟਲ ਕਲੀਅਰ ਹੋਏਗਾ ਠੀਕ ਹੈ ਨਾ, ਓਨਾ ਹੀ ਤੁਹਾਡਾ ਇਹ ਟੌਪਿਕ ਤੇ ਜੋ ਮੈਥਮੈਟਿਕਸ ਸਬਜੈਕਟ ਹੈਗਾ ਉਹ ਇੰਟਰਸਟਿੰਗ ਹੋਏਗਾ ਤੇ ਨਾਲ ਤੁਸੀਂ ਉਸ ਨੂੰ ਇੰਜੋਏ ਵੀ ਕਰੋਗੇ। ਆਪਾਂ ਇੱਕ ਹੋਰ ਇਸ ਦੇ ਨਾਲ ਦਾ ਕੁਐਸਚਨ ਜਿਹੜਾ ਹੈਗਾ ਉਹ ਆਪਾਂ ਡਿਸਕਸ ਕਰਨੇ ਆ। fx is equal to ਆਪਣੇ ਕੋਲ ਹੈਗਾ, this is question number 2, fx is equal to we have x upon 1 plus e raised to power 1 upon x and x not equal to 0 when we have x equal to 0, 8x equal to 0 ਦੇ ਉੱਪਰ ਕੀ ਇਹ ਫੰਕਸ਼ਨ ਡਿਫਰੈਂਸ਼ੀਏਬਲ ਹੈ ਜਾਂ ਨਹੀਂ। टेस्ट डिफरेंशिएबिलिटी डिफरेंशिएबिलिटी 8x इक्वल टू 0 ओके। ਤਾਂ ਇਹਦੇ ਵਿੱਚ ਕੀ ਕਰੋਗੇ ਆਪਾਂ ਲੇਕਿਨ ਇਸ ਨੂੰ ਕੁਐਸਚਨ ਨੂੰ ਸਟਾਰਟ ਕਰਨ ਤੋਂ ਪਹਿਲਾਂ ਇੱਕ ਕਨਸੈਪਟ ਹੈਗਾ ਐਂਡ ਦੈਟ ਇਜ਼ ਵੈਰੀ ਇੰਪੋਰਟੈਂਟ। ਜੇ ਉਹ ਕਨਸੈਪਟ ਕਲੀਅਰ ਹੋਏਗਾ ਤਾਂ ਤੁਸੀਂ ਇਸ ਕੁਐਸਚਨ ਨੂੰ ਕਦੇ ਨਹੀਂ ਭੁੱਲੋਗੇ, ਅਦਰਵਾਈਜ਼ ਕਨਫਿਊਜ਼ਨ ਬਣੀ ਰਹੂਗੀ ਵੀ ਇਹ ਕਿਵੇਂ ਹੋ ਗਿਆ ਠੀਕ ਹੈ ਨਾ। ਤਾਂ ਪਹਿਲਾਂ ਉਸ ਕਨਸੈਪਟ ਨੂੰ ਕਲੀਅਰ ਕਰਨਾ ਜ਼ਰੂਰੀ ਹੈ। ਇਹਨੂੰ ਆਪਾਂ ਸਾਈਡ ਤੇ ਡਿਸਕਸ ਕਰ ਰਹੇ ਹਾਂ। ਲਿਮਿਟ x ਅਪਰੋਚਸ ਟੂ 0 1 upon x ਲੈਫਟ ਸਾਈਡ ਤੋਂ, ਜਦੋਂ x ਜਿਹੜਾ ਹੈ ਉਹ 0 ਨੂੰ ਅਪਰੋਚ ਕਰਦਾ ਫਰੋਮ ਲੈਫਟ ਸਾਈਡ ਤੋਂ ਠੀਕ, ਤਾਂ 1 upon x ਜਿਹੜਾ ਹੈ ਉਹ ਆਪਣੇ ਕੋਲ -ਇਨਫਿਨਿਟੀ ਹੋਏਗਾ। ਲਿਮਿਟ x ਅਪਰੋਚਸ ਟੂ 0 ਫਰੋਮ ਰਾਈਟ ਸਾਈਡ 1 upon x ਜਿਹੜਾ ਹੈ ਉਹ ਆਪਣੇ ਕੋਲ +ਇਨਫਿਨਿਟੀ ਹੋਏਗਾ ਠੀਕ। ਜੇ ਇਹਨੂੰ ਅਸੀਂ ਗ੍ਰਾਫ ਦੇ ਵਿੱਚ ਦੇਖਣਾ ਹੋਵੇ ਤਾਂ ਉਹ ਵੀ ਤੁਸੀਂ ਦੇਖ ਸਕਦੇ ਹੋ, ਤਾਂ ਜੋ ਮੇਰੀ ਕੋਸ਼ਿਸ਼ ਹੈ ਕਿ ਤੁਹਾਨੂੰ ਹੋਰ ਜ਼ਿਆਦਾ ਕਨਸੈਪਟ ਜਿਹੜਾ ਹੈ ਉਹ ਕਲੀਅਰ ਕਰਾ ਦਿੱਤਾ ਜਾਵੇ। ਦੇਖੋ ਜਦੋਂ ਆਪਣੇ ਕੋਲ ਜਿਹੜਾ ਫੰਕਸ਼ਨ ਹੈਗਾ ਉਹ ਕਿੰਨਾ ਹੈ ਆਪਣੇ ਕੋਲ 1 upon x, fx is equal to 1 upon x। ਜੇ ਆਪਣੇ ਕੋਲ x equal to 1 ਹੈਗਾ ਤਾਂ ਕਿੰਨਾ ਬਣੇਗਾ 1 ਬਣੇਗਾ, 2 ਹੈਗਾ ਤਾਂ 1/2 ਬਣ ਜਾਊਗਾ, 3 ਹੈਗਾ ਤਾਂ 1 upon 3 ਬਣ ਜਾਊਗਾ, 4 ਹੈਗਾ ਤਾਂ 1 upon 4 ਬਣ ਜਾਏਗਾ, ਐਵੇਂ ਆਪਾਂ ਨੂੰ ਚੱਲਦਾ ਜਾਊਗਾ। ਜਦੋਂ ਆਪਣੇ ਕੋਲ x equal to 1/2 ਹੋਏਗਾ ਇਹਦੇ ਵਿੱਚ ਪੁੱਟ ਕਰਾਂਗੇ
एक्स इक्वल टू 1/2 है तो कितना बनेगा 2, वो इतने आ जाऊगा। जे 3 है 1/3 है तो 3 बन जाऊगा। ठीक, तो जिमें जिमें एक्स की वैल्यू डिक्रीज वड्डी होंदी है तो फंक्शन वैल्यू की हो रही है, जिमें जिमें एक्स की वैल्यू छोटी होएगी फंक्शन वैल्यू वड्डी होंदी जाएगी। तो आ की है कि अपने को इस तरह जो इन्होंने मिलाओगे तो फंक्शन जो है अपने को इस तरह जिमें जिमें एक्स जो है छोटा होंदा जाएगा वो इनफिनिटी को अप्रोच कर जाएगा, जो एक्स इस साइड तो अप्रोच करेगा 0 ਨੂੰ आ 0 पॉइंट है तो फंक्शन जो है वो अपने को इनफिनिटी को जा रहा है। हुण जे तुहाडे कोल f(x) इज इक्वल टू -1/x होवे फिर की होएगा चेक करो। जे तुसीं x इक्वल टू 1 लेंदे हो तो y की वैल्यू कितनी बनती है -1, आ पॉइंट आएगा। जे तुसीं x इक्वल टू 2 लेंदे हो तो y की वैल्यू कितनी बनोगी -1/2, आ वाला पॉइंट हो जाएगा। x इक्वल टू 3 है तो -1/3, फिर -1/4। हुण जे x अपन कोल माइनस x इज इक्वल टू जे तुसीं पुट करदे हो इहदे विच -1/2, ठीक सॉरी इत्थे लेना तो प्लस पऊगा लेकिन x वैल्यू आपां नैगेटिव पुट करनी है तो x जिहड़ा अपने को -1/2 होएगा तो अपने को f(x) वैल्यू कितनी बनूगी -2, वो इत्थे आ जाऊगा। जे -1/3 करोगे तो इत्थे आ जाऊगा। एवें की है कि ये चला जाएगा तो ये ग्राफ जो अपने को इस तरह बनता है। तो जिमें जिमें अपने को एक्स जो है वो अपने को इधरों अप्रोच करता है नैगेटिव साइड तो 0 ਨੂੰ तो फंक्शन की वैल्यू जी अपने को नैगेटिव बनती है, इस करके ये अपने को 2 लिमिट आदियाँ ने। ठीक, इन्हों के पिछे कारण यह है। ठीक, हुण आपां क्वेश्चन करने आ एंड इस कोई दिक्कत नहीं आऊगी। तो नैचुरली की है कि अकॉर्डिंग टू दिस फंक्शन जो कि आपां हुण डिस्कस किए हैं उन्होंने बेस के उपर की होएगा इसके आपां नूं लैफ्ट हैंड डेरिवेटिव ਅਤੇ राइट हैंड डेरिवेटिव दोनों ही आपां नूं डिस्कस करने पैणगे। तो लैफ्ट हैंड डेरिवेटिव जिहड़ा है अपने कोल 0 पॉइंट ते इज इक्वल टू की होएगा लिमिट h अप्रोचेस टू 0 फ्रॉम लैफ्ट साइड f(h) माइनस f(0) अपॉन h। हुण तुहानूं यह भी क्लीयर हो गया कि आपां लैफ्ट डेरिवेटिव ते राइट डेरिवेटिव क्यों लै रहे हैं, क्योंकि फंक्शन की डिमांड हैगी है वो इस करके जिहड़े अपने कोल -इनफिनिटी ते प्लस इनफिनिटी बनया इज इक्वल टू की हो जाएगा फिर अपने को लिमिट h अप्रोच टू 0 f(h) जदों x नॉट इक्वल टू 0 है तो आप फंक्शन बनता है तो आ वैल्यू आप इतों पुट करांगे। ठीक, तो की बनेगा अपने को h अपॉन 1 प्लस e⁻⁴ 1/h माइनस f(0) जो x इक्वल टू 0 है तो फंक्शन की वैल्यू 0 है अपने को तो 0 आ जाएगा अपॉन h। इनू आप थोड़ा होर सिंपलीफाई किया तो ये तुहाडे कोल कितना बन जाएगा इज इक्वल टू लिमिट h अप्रोच टू 0 ये हो जाऊगा अपने कोल h 1 प्लस e⁻⁴ एंड इंटू 1/h। ठीक, आ h जो कैंसिल हो जाएगा इज इक्वल टू लिमिट h अप्रोच टू 0 एंड 1/1 प्लस e⁻⁴ 1/h। हुण की है कि तुहानूं ये देखना पएगा इसकी वैल्यू कितनी आती है h 0 ਨੂੰ अप्रोच करता फ्रॉम लैफ्ट साइड तो। ठीक है, तो इतने पावर कितनी है 1/h। इनू देखो तुसीं कितना बनया -इनफिनिटी बनया सी अपने को, इस करके लिमिट ये अपने को बन जाएगा जो वैल्यू पुट करोगे 1/1 प्लस e⁻⁻ इनफिनिटी। ओके, एक चीज़ होर हैगी है जड़ी हैगी अपने को आ भी नोट कर लो पॉइंट ए दी पावर जे इनफिनिटी होवे तो इसकी वैल्यू इनफिनिटी होएगी, ए दी पावर -इनफिनिटी होवे तो वो 0 होएगा। तो इस करके आ की बन गया अपने को 0 इज इक्वल टू 1। तो लैफ्ट हैंड डेरिवेटिव जिहड़ा है उसकी जी वैल्यू हैगी है दैट इज इक्वल टू 1।
L F dash 0 is equal to 1। ਹੁਣ ਕੀ ਕਰਨੇ ਆਪਾਂ ਇਸ ਦੇ ਵਿੱਚ ਰਾਈਟ ਡੈਰੀਵੇਟਿਵ ਜਿਹੜਾ ਹੈ ਉਹ ਆਪਾਂ ਨਿਕਾਲਨੇ ਆ। ਰਾਈਟ ਡੈਰੀਵੇਟਿਵ ठीक इज इक्वल टू क्यों हो जाएगा लिमिट h अप्रोच टू 0 एफ एच माइनस एफ 0 अपॉन एच। ਹੁਣ ਇੱਥੇ ਕੀ ਕਰਾਂਗੇ ਆਪਾਂ ਵੈਲਿਊਜ਼ ਪੁੱਟ ਕਰ ਦਾਂਗੇ ਜਿਵੇਂ ਕਿ ਆਪਾਂ ਲੈਫਟ ਲਿਮਿਟ ਵਾਸਤੇ ਪੁੱਟ ਕੀਤੀਆਂ ਸੀਆਂ ਤਾਂ ਉਹ ਆਪਾਂ ਨੂੰ ਕੀ ਬਣ ਜਾਏਗਾ h अपॉन 1 प्लस e रेज़ टू पावर 1 अपॉन h माइनस 0 अपॉन h। ਤਾਂ ਇਸ ਨੂੰ ਜਦੋਂ ਤੁਸੀਂ ਸਿੰਪਲੀਫਾਈ ਕਰੋਗੇ ਤਾਂ ਕੀ ਹੋਏਗਾ a इज इक्वल टू लिमिट h अप्रोच टू 0 1 अपॉन 1 प्लस e रेज़ टू पावर 1 अपॉन h। आ h ਜਿਹੜਾ ਇਸ ਨਾਲ ਕੈਂਸਲ ਹੋ ਜਾਏਗਾ ਠੀਕ। ਤਾਂ ਇਸ ਨੂੰ ਇਸ ਦੇ ਵਿੱਚ ਜਦੋਂ ਆਪਾਂ ਲਿਮਿਟ ਅਪਲਾਈ ਕਰਾਂਗੇ ਇਹ ਆਪਾਂ ਨੂੰ ਬਣੇਗਾ 1 अपॉन 1 प्लस e रेज़ टू पावर इन्फिनिटी ठीक है ना क्योंकि ये अपन को एच जोड़ा है वो राइट साइड तो अप्रोच करता पे ठीक। तो लिमिट एच अप्रोच 0 1 अपॉन एच जोड़ा है वो अपने को इन्फिनिटी होएगा। तो ई दी पावर इन्फिनिटी अपने को इन्फिनिटी होंदा है इस करके अपन को 1 अपॉन इन्फिनिटी हो गया तो 1 अपॉन इन्फिनिटी 0 के इक्वल होंदा है ठीक। हुण की है कि लैफ्ट डेरिवेटिव अते राइट डेरिवेटिव जो लैफ्ट डेरिवेटिव है उसकी वैल्यू तो आई सी अपने को इक्वल टू 1 तो जो अपने को राइट डेरिवेटिव है इसकी वैल्यू आ रही है अपने को 0। तो दिस इंप्लाइज की हो गया लेफ्ट हैंड डेरिवेटिव नॉट इक्वल टू राइट हैंड डेरिवेटिव एट द पॉइंट 0 ठीक। सो दिस इज नॉट एफ एक्स इज नॉट डिफरेंशिएबल एट एक्स इक्वल टू 0 क्योंकि डिफरेंशिएबल ता बनेगा जे लैफ्ट हैंड डेरिवेटिव इज इक्वल टू राइट हैंड डेरिवेटिव अपने को बनता हो लेकिन इत्थे ये दोनों इक्वल नहीं आ रहे इस करके ये अपने को डिफरेंशिएबल नहीं है। सी वन मोर क्वेश्चन क्वेश्चन इज प्रूव दैट इतने आप प्रूफ करना है प्रूव दैट एफ एक्स इज इक्वल टू मॉडुलस ऑफ एक्स माइनस 1 एंड एक्स बिलोंग्स टू आर एक्स जो है वो अपन को आर के बिलोंग करता है मतलब रियल नंबर है इज नॉट डिफरेंशिएबल is not differentiable 8x equal to 1। ये जो फंक्शन है वो अपने को x इक्वल टू 1 के उपर डिफरेंशिएबल नहीं है। एक चीज़ का ध्यान रखियो कि जो भी अपने को कोई फंक्शन मॉडुलस की फॉर्म में आता हो या ग्रेटेस्ट इंटरेस्ट की फॉर्म में आता हो उस केस में आपां लैफ्ट हैंड डेरिवेटिव और राइट हैंड डेरिवेटिव जोड़ा है वो आपां दोनों ही चेक करने पैणगे ओके। सो सोल्यूशन इज वेरी क्वाइट सिंपल की करोगे लेफ्ट डेरिवेटिव एट द पॉइंट 1 इज इक्वल टू लिमिट एच अप्रोचेस टू 0 फ्रॉम लेफ्ट साइड। हुण इत्थे सी दी वैल्यू अपने को 1 है इस करके ये अपने बन जाऊगा 1 प्लस एच माइनस f1 अपॉन h इज इक्वल टू लिमिट h अप्रोच टू 0 f1 प्लस s की वैल्यू कितों आऊगी जो अपन फंक्शन दिता हुआ है आ वैल्यू इतने आप पुट करांगे तो की बन जाएगा मॉडुलस ऑफ जिथे x है उत्थे 1 प्लस h माइनस 1 माइनस f1 f1 का मतलब की होगा जो x इक्वल टू 1 है तो वह अपने को कितना बनता है 0 बन जाएगा 1 माइनस 1 अपॉन h इज इक्वल टू लिमिट h अप्रोच टू 0 ये थोड़े को कैंसल हो गया
मॉडुलस ऑफ एच माइनस मॉडुलस ऑफ 0 अपॉन एच इज इक्वल टू लिमिट एच अप्रोच टू 0 फ्रॉम लैफ्ट साइड मॉडुलस ऑफ एच अपॉन एच तुहाडे कोल आ गया। हुण इत्थे एक चीज़ नोट करने वाली है कि एच जिहड़ा है वो 0 नूं अप्रोच करदा लैफ्ट साइड तो, इसका मतलब एच इज़ लैस दैन 0। तो मॉडुलस ऑफ एच जिहड़ा है वो इक्वल टू अपने को माइनस एच होएगा क्योंकि एच 0 तो लैस है। तो की हो गया अपने को लिमिट एच अप्रोच टू 0, तो ये अपने बन जाऊगा माइनस एच अपॉन एच इज इक्वल टू लिमिट एच अप्रोच टू 0 माइनस 1 इज इक्वल टू माइनस 1 अपने आ जाएगा। सो इसका लैफ्ट हैंड डेरिवेटिव जिहड़ा है वो अपने को इक्वल टू कितना आ रहा है -1। एवें ही की है कि तुसी लोग इसका राइट हैंड डेरिवेटिव विल बी इक्वल टू लिमिट एच अप्रोच टू 0, इत्थे अपने को आ जाऊगा f1 प्लस एच माइनस f1 अपॉन एच। तो जिमें आप उपर वैल्यू पुट की सी फंक्शन की उवें ही तुसीं इत्थे वैल्यू पुट करनी है। सॉरी इत्थे अपने को एच अप्रोचेस टू 1 अपने को आएगा, एच अप्रोच टू 0। ओके, तो इत्थे 1 प्लस एच की जो वैल्यू पुट करांगे एच अप्रोच टू 0, तो यह हो जाएगा अपने को 1 प्लस एच माइनस 1 माइनस 1 माइनस 1 अपॉन एच। तुहाडे को कैंसल हो जाएगा तो ये तुहाडे को 0 बन जाएगा। ओके, एच अप्रोचेस टू 0 मॉडुलस ऑफ एच अपॉन एच तुहाडे कोल आ जाएगा सिंपलीफाई होने तो बाद। इस विच भी की है कि साइड पर आप डिस्कस करिए एच जो अप्रोच करता है राइट साइड तो इसका मतलब की होएगा एच इज़ ग्रेटर दैन 0, तो जो एच ग्रेटर दैन 0 है तो मॉडुलस ऑफ एच कितना होएगा एच के बराबर आएगा। सो दिस इज लिमिट एच अप्रोचेस टू 0 एच अपॉन एच इज इक्वल टू ये अपन को एच एच नाल कैंसल हो जाएगा 1 बन जाएगा। ओके, इज इक्वल टू 1। तो ये दोनों के जो आप कंबाइन करने हाँ आ 1 नंबर हो गया, ये अपन को 2 नंबर हो गया। फ्रॉम 1 एंड 2 वी कैन से और वी हैव जिहड़ा अपन को लैफ्ट डेरिवेटिव है, ठीक है ना, एट द पॉइंट 1 नॉट इक्वल टू राइट डेरिवेटिव, ये दोनों अपन को इक्वल नहीं है। सो दिस इंप्लाइज fx इज नॉट डिफरेंशिएबल, ये अपन को डिफरेंशिएबल नहीं हैगा 8x इक्वल टू 1, यही आप इत्थे प्रूफ करना सीगा। ओके, एंड आई होप दिस इज वेरी हेल्पफुल क्वेश्चन फॉर यू। See, very important and interesting question. This is third question. If f is differentiable, if fx is differentiable 8 x equal to 1, then evaluate limit x approaches to a x square fa माइनस a square fx। एक क्वेश्चन में तुम इसलिए करा रहा बिकॉज दिस क्वेश्चन इज वेरी इंपॉर्टेंट। इसकी वैल्यू कितनी आएगी वो वैल्यू आप निकालनी है, एंड दिस इज वेरी क्वाइट सिंपल। की करोगे
solution since fx is differentiable, ਇਹ ਆਪਾਂ ਨੂੰ differentiable ਦਿੱਤਾ ਹੋਇਆ ਹੈ, ਠੀਕ ਹੈ ਨਾ। ਜੇ ਇਹ differentiable ਹੈ then ਕੀ ਹੋਏਗਾ, डिफरेंशियल अपन दिता है x इज इक्वल टू ए दे ऊपर, सॉरी इत्थे भी अपन ए करना पएगा 8x इज इक्वल टू ए, ओके। तो देन अपन को होएगा f डैश a विल बी इक्वल टू लिमिट x अप्रोचेस टू a fx माइनस fa अपॉन x माइनस a। दिस इज बाय द डेफिनेशन ऑफ डिफरेंशिएबिलिटी। ਜਦੋਂ ਆਪਾਂ x ਇਕੁਅਲ ਟੂ a ਦੇ ਉੱਪਰ ਜੇ ਫੰਕਸ਼ਨ ਡਿਫਰੈਂਸ਼ੀਏਬਲ ਹੈ ਤਾਂ ਉਹ ਤਾਂ ਹੀ ਹੋਊਗਾ ਜਦੋਂ ਆਪਣੇ ਕੋਲ ਆ ਕੰਡੀਸ਼ਨ ਸੈਟੀਸਫਾਈ ਹੁੰਦੀ ਹੈ। ਇਸ ਨੂੰ ਤੁਸੀਂ ਇੱਕ ਨੰਬਰ ਦੇ ਨਾਲ ਡਿਨੋਟ ਕਰ ਦਿਓ ਤੇ ਇਹ ਆਪਣੇ ਕੋਲ ਐਗਜ਼ਿਸਟ ਵੀ ਹੋਏਗਾ ਤੇ ਫਾਈਨਾਈਟ ਵੀ ਹੋਏਗਾ, ਲੇਕਿਨ ਜੇ ਆਪਾਂ ਨੂੰ ਡਿਫਰੈਂਸ਼ੀਏਬਲ ਦਿੱਤਾ ਹੋਇਆ ਹੈ ਤੇ ਫਾਈਨਾਈਟ ਵੀ ਹੈਗਾ ਤੇ ਐਗਜ਼ਿਸਟ ਵੀ ਕਰਦਾ ਹੈ। ਫਾਈਨਾਈਟ ਐਂਡ ਐਗਜ਼ਿਸਟ ਇਹ ਤਾਂ ਹੋਊਗੀ ਹੋਊਗਾ ਆਪਣੇ ਕੋਲ। ਹੁਣ ਆਪਾਂ ਜਿਹੜਾ ਮੇਨ ਕੁਐਸਚਨ ਹੈਗਾ ਇੱਥੋਂ ਆਪਾਂ ਸਟਾਰਟ ਕਰਨੇ ਆ, ਲਿਮਿਟ x approaches to a, now limit x approaches to a x square fa minus a square fx upon x minus a, ਇਹ ਆਪਣੇ ਕੋਲ ਬਣਦਾ ਹੈ। ਹੁਣ ਇੱਥੇ ਆਪਾਂ ਨੂੰ ਜਿਹੜਾ ਇੱਕ ਨੰਬਰ ਹੈਗਾ, ਇੱਕ ਨੰਬਰ ਨੂੰ ਇੱਥੇ ਆਪਾਂ ਨੂੰ ਯੂਜ਼ ਕਰਨਾ ਪਏਗਾ ਤੇ ਇਹ ਆਪਾਂ ਯੂਜ਼ ਤਾਂ ਹੀ ਕਰ ਪਾਵਾਂਗੇ ਜੇ ਆਪਣੇ ਕੋਲ ਕਿਸੇ ਨਾ ਕਿਸੇ ਤਰੀਕੇ ਨਾਲ ਇੱਕ ਨੰਬਰ ਫਾਰਮ ਬਣਦੀ ਹੋਵੇ। ਉਹਦੇ ਵਾਸਤੇ ਆਪਾਂ ਇਹਦੇ 'ਚ ਕੀ ਕਰਾਂਗੇ, a ਸਕੁਅਰ fa ਇਹ ਆਪਾਂ ਪਲੱਸ ਕਰ ਦਾਂਗੇ ਤੇ ਉਹੀ ਆਪਾਂ ਮਾਈਨਸ ਕਰ ਦਾਂਗੇ। ਸੋ ਦਿਸ ਕੈਨ ਬੀ ਰਿਟਨ ਐਜ਼ ਲਿਮਿਟ x ਅਪਰੋਚਸ ਟੂ a x ਸਕੁਅਰ fa। ਇਸ ਵਿੱਚ ਮੈਂ ਕੀ ਕੀਤਾ ਕਿ a ਸਕੁਅਰ fa ਇਹ ਤਾਂ ਮੈਂ ਮਾਈਨਸ ਕਰਤਾ ਤੇ ਜਿਹੜਾ ਮਾਈਨਸ ਕੀਤਾ ਉਹੀ ਮੈਂ ਪਲੱਸ ਕਰਤਾ, ਕੋਈ ਫਰਕ ਪਿਆ? ਤੇ ਮਾਈਨਸ ਕਿੰਨਾ ਹੈ ਆਪਣੇ ਕੋਲ, ਮਾਈਨਸ a ਸਕੁਅਰ fx। ਜਿੰਨਾ ਆਪਾਂ ਮਾਈਨਸ ਕੀਤਾ ਉਹਨੇ ਹੀ ਆਪਾਂ ਪਲੱਸ ਕਰਤਾ, is equal to ਲਿਮਿਟ x approaches to a। ਜਿਹੜੇ ਆਪਣੇ ਕੋਲ ਆ ਦੋ ਹੈਗੇ ਨੇ ਇਹਨਾਂ ਦੇ ਵਿੱਚੋਂ fa ਕਾਮਨ ਆਂਦਾ ਹੈ ਤਾਂ ਆਪਣੇ ਕੋਲ ਬਣ ਜਾਊਗਾ x ਸਕੁਅਰ ਮਾਈਨਸ a ਸਕੁਅਰ ਇਨਟੂ fa। ਤੇ ਜਿਹੜੇ ਆਪਣੇ ਕੋਲ ਆ ਦੋ ਪਾਰਟ ਹੈਗੇ ਨੇ ਇਹਨਾਂ ਦੋਨੋਂ ਵਿੱਚੋਂ a ਸਕੁਅਰ ਕਾਮਨ ਆਂਦਾ ਹੈ ਪਲੱਸ a ਸਕੁਅਰ, ਤੁਸੀਂ ਇਸ ਦੇ ਵਿੱਚੋਂ ਮਾਈਨਸ a ਸਕੁਅਰ ਆਪਾਂ ਕਾਮਨ ਲੈ ਲੈਂਦੇ ਹਾਂ, ਠੀਕ ਹੈ ਨਾ। ਤਾਂ ਜੋ ਆਪਣਾ ਇੱਕ ਸਟੈਪ ਵਿੱਚ ਹੀ ਕੰਮ ਬਣ ਜਾਊਗਾ। ਆਪਾਂ ਲੈਂਦੇ ਹਾਂ ਮਾਈਨਸ a ਸਕੁਅਰ ਕਾਮਨ ਲਓਗੇ ਤੇ ਤੁਹਾਡੇ ਕੋਲ ਬਣੇਗਾ fx ਮਾਈਨਸ fa अपॉन x माइनस a इज इक्वल टू लिमिट x अप्रोचेस टू a। इस दे आप दो पार्ट कर देने एक्स स्केयर माइनस a स्केयर इंटू fa अपॉन एक तो आ बन जाऊगा x माइनस a ते एक अपन को बन जाऊगा माइनस a स्केयर तो अपन कॉन्स्टेंट है ना। लिमिट x अप्रोचेस टू a fx माइनस fa अपॉन x माइनस a आ अपन को बन जाएगा, ठीक। इनू आप इस माइनस के ऊपर ब्रेक करता, जो ब्रेक करा तो अपन आ दो पार्ट आ जाएंगे। इज इक्वल टू लिमिट x अप्रोचेस टू a, इस दे तुसी फैक्टर कर दो x माइनस a x प्लस a इंटू fa अपॉन x माइनस a माइनस a स्क्वायर। इस दी वैल्यू जी हैगी है वो आप हुण यूज़ करांगे एक नंबर इक्वेशन दे विचों। तो एक नंबर इक्वेशन अपन को आ हैगी है, इस वैल्यू कितनी बनती है अपन एफ डैश ए, वो वैल्यू आप पुट करती फ्रॉम इक्वेशन नंबर 1। इक्वेशन नंबर 1, ठीक। सो दिस इज इक्वल टू लिमिट
आ भी कैंसिल हो गया, x अप्रोचेस टू a, x प्लस a एफ ए माइनस ए स्केयर एफ डैश ए। ਤਾਂ ਇੱਥੇ ਵਿੱਚ ਕੀ ਹੈ ਕਿ ਤੁਸੀਂ x ਇਕੁਅਲ ਟੂ a ਪੁੱਟ ਕਰੋਗੇ ਤਾਂ ਕਿੰਨਾ ਹੋ ਜਾਊਗਾ a ਪਲਸ a एफ ए स्केयर एफ डैश ए इज इक्वल टू 2a एफ ए माइनस ए स्केयर एफ डैश ए। जे तुसीं a कॉमन लेना तो लै लो, जे इत्थे छड्डना तो इत्थे छड्ड दो, तुहाड़ी मर्जी है। तो आ हो जाऊगा a एफ ए सॉरी a तो आप कॉमन ले लेना 2 fa माइनस a एफ डैश a। दिस इज द आंसर। Okay, so in this way we can solve this type of questions. Dear student, ਆਪਾਂ ਇਸ ਵਿੱਚ ਕੀ ਹੈ ਕਿ ਜੋ ਇੰਪੋਰਟੈਂਟ ਕੁਐਸਚਨਸ ਸੀਗੇ ਕਿਉਂਕਿ ਸਾਰੇ ਤੇ ਆਪਾਂ ਇਹਦੇ ਵਿੱਚ ਨਹੀਂ ਪਾ ਸਕਦੇ ਨਾ, ਤਾਂ ਕੀ ਹੈ ਕਿ ਇਹ ਟਿਊਟੋਰੀਅਲ ਜਿਹੜੇ ਨੇ ਜਿਹੜੇ ਆਪਾਂ ਕੁਐਸਚਨਸ ਇੱਥੇ ਤੁਹਾਨੂੰ ਡਿਸਕਸ ਕੀਤੇ ਨੇ ਆਪਾਂ, ਇਹ ਤੁਹਾਡੇ ਲਈ ਬਹੁਤ ਜ਼ਿਆਦਾ ਹੈਲਪਫੁਲ ਰਹਿਣਗੇ। ਤਾਂ ਇਹਦੇ ਨਾਲ ਦੇ ਹੁਣ ਕੀ ਹੈ ਕਿ ਤੁਸੀਂ ਇਸ ਚੈਪਟਰ ਦੇ ਵਿੱਚ ਜਿੰਨੇ ਵੀ ਕੁਐਸਚਨਸ ਹੈਗੇ ਨੇ ਯੂ ਕੈਨ ਡੂ ਨਾਓ। ਫਸਟ you should try all the examples and then after you should try the questions from the exercise, and also these questions which we discuss here are very helpful for all of you। ठीक है ना। तो next ਜਿਹੜਾ ਹੈ ਆਪਣੇ ਕੋਲ ਜਿਹੜਾ ਟੌਪਿਕ ਆਪਣੇ ਕੋਲ ਬਣੇਗਾ ਡੈਰੀਵੇਟਿਵ ਆਫ ਕੰਪੋਜ਼ਿਟ ਫੰਕਸ਼ਨ। ਜਦੋਂ ਆਪਣੇ ਕੋਲ ਕੰਪੋਜ਼ਿਟ ਫੰਕਸ਼ਨ ਆਉਂਦਾ ਹੈ ਤਾਂ ਉਸ ਨੂੰ ਆਪਾਂ ਕਿਵੇਂ ਡਿਫਰੈਂਸ਼ੀਏਟ ਕਰਾਂਗੇ, ਠੀਕ, ਇਹ ਆਪਾਂ ਇਸ ਦੇ ਨੈਕਸਟ ਜਿਹੜਾ ਟਿਊਟੋਰੀਅਲ ਹੋਏਗਾ ਉਹਦੇ ਵਿੱਚ ਆਪਾਂ ਡਿਸਕਸ ਕਰਾਂਗੇ। ਥੈਂਕ ਯੂ ਟੂ ਅਟੈਂਡ ਦਿਸ ਲੈਕਚਰ ਟਿਲ ਦ ਐਂਡ।